ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 35 ਤੋਂ 40% ਲੋਕਾਂ ਦੇ ਇਹਨਾਂ ਨੇ ਨੀਲੇ ਕਾਰਡ ਕੱਟੇ। ਇਹਨਾਂ ਨੇ ਤਾਂ ਦੇਣਾ ਕੀ ਸੀ ਤੇ ਪਹਿਲਾਂ ਵਾਲਿਆਂ ਦਾ ਖੋਲਿਆ ਕਿ ਜਿੱਡੀ ਵੱਡੀ ਜ਼ਿੰਮੇਵਾਰੀ ਸਿਹਤ ਮੰਤਰੀ ਦੀ ਹੈ, ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੁਭ ਬਾਣੀ ਦਿੰਦੀਆਂ ਸੀ। ਜੇ ਉਹ ਨਹੀਂ ਇਹ ਡਿਊਟੀ ਕਰ ਸਕਦੇ ਤਾਂ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਕੋਈ ਦੇਖੋਗੇ ਸਿਹਤ ਮੰਤਰੀ ਦੀ ਫੇਲੂਅਰ ਜਾਂ ਮਹਿਕਮੇ ਦੀ ਫੇਲੂਅਰ, ਤੁਸੀਂ ਦੇਖਿਆ ਹੋਣਾ ਕੱਲ ਤਰਨਤਾਰਨ 'ਚ ਇੱਕ ਐਂਬੂਲੈਂਸ ਆਈ, ਐਂਬੂਲੈਂਸ ਦੇ ਵਿੱਚੋਂ ਉਹ ਝਾੜੂ ਮਾਰ ਕੇ ਰੇਤਾ ਕੱਢ ਰਿਹਾ ਹੈ। ਕੀ ਹਾਲਾਤ ਨੇ। ਲੋਕ ਹਸਪਤਾਲਾਂ ਦੇ ਵਿੱਚੋਂ ਲਾਈਵ ਹੋ ਕੇ ਕਹਿ ਰਹੇ ਨੇ ਕਿ ਸਾਨੂੰ ਡਾਈਟ ਨਹੀਂ ਮਿਲ ਰਹੀ। ਔਰ ਕਿੱਡੀ ਦੁੱਖ ਦੀ ਗੱਲ ਹੈ ਭਾਈ ਸਾਹਿਬ, ਭਾਈ ਨਿਰਮਲ ਸਿੰਘ ਜੀ, ਔਰ ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਆਡੀਓ ਤੁਸੀਂ ਵੀ ਸੁਣੀ ਹੋਣੀ ਹੈ, ਵਾਇਰਲ ਹੋਈ ਸੀ, ਮੈਂ ਵੀ ਸੁਣੀ ਹੈ, ਜਿੰਨੀ ਦੁੱਖ ਭਰੀ ਦਾਸਤਾਨ ਉਹਨਾਂ ਨੇ ਬਿਆਨ ਕਰੀ। ਔਰ ਕੌਮ ਦਾ ਐਡਾ ਵੱਡਾ ਸਰਮਾਇਆ ਸੀ ਉਹ ਸਾਡੇ ਤੋਂ ਚਲੇ ਗਏ। ਮੈਂ ਸਮਝਦਾ ਕਿ ਸਿਹਤ ਮੰਤਰੀ ਨੂੰ ਤਾਂ ਉਸੇ ਦਿਨ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਔਰ ਸਰਕਾਰ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਨਾਕਾਮ ਹੈ। ਸਾਡੇ ਨਾਲ ਅੱਜ ਜੁੜੇ ਨੇ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਤਜਿੰਦਰ ਸਿੰਘ ਮਿੱਧੂਖੇੜਾ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਖਾਸ ਕਰਕੇ ਥੈਂਕ ਯੂ ਤੁਹਾਡਾ ਸਾਡੇ ਲਈ ਟਾਈਮ ਕੱਢਣ ਲਈ। ਬਹੁਤ ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਰੋਤਿਆਂ ਦੇ ਰੂਬਰੂ ਕਰ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅੱਛਾ, ਤੁਹਾਡੇ ਕੋਲੋਂ ਅਸੀਂ ਜਾਣਨਾ ਚਾਹੁੰਦੇ ਹਾਂ ਇਸ ਟਾਈਮ ਦੇ ਉੱਤੇ ਪੰਜਾਬ ਦੀ ਜਿਹੜੀ ਖਾਸ ਕਰਕੇ ਗਰੀਬ ਜਨਤਾ ਹੈ ਉਹਨੂੰ ਇੱਕ ਫੁੱਟਬਾਲ ਦੀ ਤਰ੍ਹਾਂ ਯੂਜ਼ ਕੀਤਾ ਜਾ ਰਿਹਾ। ਜੇਕਰ ਕੇਂਦਰ ਵੱਲ ਦੇਖੀਏ ਤੇ ਕੇਂਦਰ ਕਹਿ ਰਿਹਾ ਹੈ ਕਿ ਮੈਂ ਗਰੀਬ ਜਨਤਾ ਲਈ ਇੰਨੇ ਕਰੋੜ ਫੰਡ ਭੇਜ ਚੁੱਕੀ ਹਾਂ। ਜੇ ਕੈਪਟਨ ਸਾਹਿਬ ਵੱਲ ਅਸੀਂ ਜਾਂਦੇ ਹਾਂ ਤੇ ਕੈਪਟਨ ਸਾਹਿਬ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਦਵਾਨੀ ਨਹੀਂ ਪਹੁੰਚੀ। ਇਹਦੇ 'ਚ ਕੀ ਸੱਚਾਈ ਹੈ? ਕਿਉਂਕਿ ਅਸੀਂ ਕਾਂਗਰਸ ਦਾ ਪੱਖ ਵੀ ਸੁਣਦੇ ਹਾਂ, ਕੇਂਦਰ ਦਾ ਪੱਖ ਵੀ ਸੁਣਦੇ ਹਾਂ, ਤੁਹਾਡਾ ਪੱਖ ਜਾਣਨਾ ਚਾਹੁੰਦੇ ਹਾਂ ਉਹ ਕੀ ਹੈ? ਦੇਖੋ, ਦੋ ਚੀਜ਼ਾਂ ਹੈ। ਬੜਾ ਔਖਾ ਸਮਾਂ ਹੈ, ਜੇ ਕਹਾਂ ਕਿ ਮੈਂ ਮਨੁੱਖਤਾ ਤੇ ਬੜਾ ਔਖਾ ਸਮਾਂ ਹੈ। ਹੁਣ ਸਾਡੀ ਪਾਰਟੀ ਦਾ ਸਟੈਂਡ ਬੜਾ ਕਲੀਅਰ ਹੈ। ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਨੇ ਕਈ ਵਾਰ ਇਹ ਕਹਿ ਚੁੱਕੇ ਨੇ ਕਿ ਇਸ ਔਖੀ ਘੜੀ 'ਚ ਸਾਡਾ ਪੂਰਾ ਸਮਰਥਨ ਹੈ, ਚਾਹੇ ਉਹ ਸੂਬੇ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ। ਇਸ ਔਖੀ ਘੜੀ 'ਚ ਇਸ ਸਮੱਸਿਆ ਦੇ ਹੱਲ ਲਈ ਜੋ ਵੀ ਚੰਗੇ ਕਦਮ ਕੀਤੇ ਜਾ ਸਕਦੇ ਹੈ, ਅਸੀਂ ਨੰਗੇ ਪੈਰ ਚੱਲ ਕੇ ਆਉਣ ਨੂੰ ਤਿਆਰ ਹੈ ਔਰ ਅਸੀਂ ਕਰ ਵੀ ਰਹੇ ਹਾਂ। ਪਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਕਿ ਇੱਕ ਗਰੀਬ ਜਨਤਾ ਨੂੰ ਫੁੱਟਬਾਲ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ, ਉਹ ਮੈਂ ਸਮਝਦਾ ਕਿ ਇੱਕ ਪਾਸੇ ਤਾਂ ਉਹ ਹੈ ਜਿਹੜਿਆਂ ਦੀ ਫੁੱਟਬਾਲ ਵੀ ਲੈ ਕੇ ਆਏ ਆ, ਗਰਾਊਂਡ ਵੀ ਲੈ ਕੇ ਆਏ ਆ। ਇੱਕ ਪਾਸੇ ਉਹ ਹੈ ਜਿਹਨਾਂ ਦਾ ਨਾ ਤਾਂ ਗਰਾਊਂਡ 'ਚ ਖੜੇ ਆ ਨਾ ਕਿਤੇ ਨਜ਼ਰ ਆਉਂਦੇ ਆ, ਪਰ ਉਹ ਕਹਿੰਦੇ ਵੀ ਗੋਲ ਤਾਂ ਅਸੀਂ ਹੋਈ ਹੈ ਕਰਨਾ ਹੈ। ਇਸ ਤਰ੍ਹਾਂ ਦੀ ਸਥਿਤੀ ਆ। ਮੈਂ ਕਿਉਂਕਿ ਇਹ ਸਮਾਂ ਨਹੀਂ ਜਿਹੜੇ 'ਚ ਕਿਸੇ ਦੀ ਇੱਕ ਦੂਜੇ ਦੀ ਨੁਕਤਾਚੀਨੀ ਕੀਤੀ ਜਾਵੇ। ਮੈਂ ਨਹੀਂ ਚਾਹਾਂਗਾ ਕਿ ਮੈਂ ਕਿਸੇ ਦੀ ਕ੍ਰਿਟਿਸਿਜ਼ਮ ਕਰਾਂ, ਪਰ ਜੋ ਸੱਚਾਈ ਹੈ, ਜੇ ਕਿਸੇ ਅਸੀਂ ਲੋਕਾਂ ਦੇ ਨੁਮਾਇੰਦੇ ਹਾਂ, ਜੇ ਅਸੀਂ ਸੱਚਾਈ ਦੀ ਗੱਲ ਵੀ ਨਹੀਂ ਕਰਾਂਗੇ ਤਾਂ ਉਹ ਵੀ ਇੱਕ ਜਨਤਾ ਨਾਲ ਬੇਇਨਸਾਫੀ ਹੋਵੇਗੀ। ਜਿੱਥੋਂ ਤੱਕ ਤੁਸੀਂ ਕਿਹਾ ਹੈ ਕਿ ਕੇਂਦਰ ਦੇ ਫੰਡ ਆਏ ਨੇ, ਉਹ ਕੋਈ ਦੇਖੋ ਇਹ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਕਿਸੇ ਨੇ ਪੈਸੇ ਫੜਾਤੇ। ਸੈਂਟਰ ਦੀਆਂ ਚਿੱਠੀਆਂ ਆਈਆਂ ਨੇ, ਫੰਡ ਰਿਲੀਜ਼ ਹੋਏ ਨੇ, ਟਰਾਂਸਫਰ ਹੋਏ ਨੇ, ਔਰ ਫਾਈਨਾਂਸ ਮਿਨਿਸਟਰ ਤੋਂ ਟਵੀਟ ਕੀਤਾ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਫਾਈਨਾਂਸ ਮਿਨਿਸਟਰ ਨੂੰ ਕਿ ਤੁਹਾਡੇ ਕੋਲੇ ਇਹ ਫੰਡ ਆਏ ਨੇ। ਮੇਰੇ ਕੋਲੇ ਲਿਸਟ ਪਈ ਆ ਤਕਰੀਬਨ। ਦੇਖੋ, ਜੇ ਆਪਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਾਂਗੇ, ਇਹਦੇ ਵਿੱਚ ਦੋਹਾਂ ਸਰਕਾਰਾਂ ਦੀ ਵੱਡੀ ਜ਼ਿੰਮੇਵਾਰੀ ਹੈ। ਜੇ ਆਪਾਂ ਕਹੀਏ ਸੂਬਾ ਸਰਕਾਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਕੇਂਦਰ ਸਰਕਾਰ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜੇ ਆਪਾਂ ਕਹੀਏ ਕਿ ਸਾਰਾ ਕੁਝ ਕੇਂਦਰ ਸਰਕਾਰ ਨੇ ਕਰਨਾ ਹੈ, ਫਿਰ ਸੂਬਾ ਸਰਕਾਰ ਕਿਉਂ ਬਣੀ ਹੈ? ਇਹਨਾਂ ਦੀ ਕੋਈ ਡਿਊਟੀ ਨਹੀਂ ਗੀ। ਹੁਣ ਇਹਨਾਂ ਕੋਲੇ ਫੰਡ ਆਏ ਨੇ, ਇਹਨਾਂ ਕੋਲੇ ਅੰਡਰ NHM ਨੈਸ਼ਨਲ ਹੈਲਥ ਮਿਸ਼ਨ ਦੇ ਤੌਰ ਤੇ ਕੋਵਿਡ ਨਾਲ ਲੜਨ ਲਈ 112 ਕਰੋੜ ਹਾਂ ਉਹ ਫੰਡ ਆਏ ਨੇ। ਉਹਨਾਂ ਚੋਂ 40 ਕਰੋੜ ਰੁਪਇਆ ਹਜੇ ਤੱਕ ਇਹਨਾਂ ਨੇ ਸਪੈਂਡ ਕੀਤਾ ਹੈ ਸਿਰਫ। ਔਰ ਜੇ ਤੁਸੀਂ ਕਹੋ PP ਕਿਟਸ
N95 ਮਾਸਕ ਜਿੰਨੇ ਕੁ ਸੈਂਟਰ ਤੋਂ ਆਏ ਇਹਨਾਂ ਨੇ ਉਨੇ ਵੀ ਨਹੀਂ ਵਰਤੇ। ਦੇਖੋ ਬੜੀ ਅਫਸੋਸ ਦੀ ਗੱਲ ਹੈ। ਇਹ ਫੰਡ ਜਿਹੜੇ ਹੈਗੇ ਵਰਤਣ ਲਈ ਹੈ, ਜਿਹੜੀਆਂ ਚੀਜ਼ਾਂ ਆਪਾਂ ਵਰਤ ਰਹੀਆਂ ਨੇ ਉਹ ਕੀ ਕਰਨਾ ਹੈ। ਹੁਣ ਜੇ ਆਪਾਂ ਕਹੀਏ ਕਿ ਸਾਰਾ ਕੁਝ ਸੈਂਟਰ ਸਰਕਾਰ ਨੇ ਕਰਨਾ ਹੈ, ਜਿਹੜੇ ਸੂਬਾ ਸਰਕਾਰ ਕੋਲੇ ਫੰਡ ਆਏ ਨੇ, ਜਿਹੜੇ GST ਦੇ ਕੰਪਨਸੇਸ਼ਨ ਆਇਆ ਮੇਰੇ ਕੋਲੇ ਪਿਆ ਹੈ, ਇਹ 1129.46 ਕਰੋੜ ਰੁਪਇਆ ਆਇਆ ਹੈ, ਔਰ GST ਕੰਪਨਸੇਸ਼ਨ ਏਰੀਅਰ ਆਇਆ ਜਿਹੜਾ 17, 18, 18, 19 ਦਾ 1237 ਕਰੋੜ ਆਇਆ ਹੈ। ਕੀ ਉਹਨਾਂ ਚੋਂ ਪੈਸਾ ਨਹੀਂ ਲਾ ਸਕਦੇ ਜੇ ਇਹਨਾਂ ਕੋਲ ਪੈਸੇ ਦੀ ਕਮੀ ਹੈ ਤਾਂ? ਕਹਿੰਦੇ ਆ ਕਿ ਇਹ ਮੰਨਦੇ ਨੇ ਵੀ ਉਹਨੂੰ ਤੇ ਵਰਤਣਾ ਹੀ ਨਾ। ਆਪਾਂ ਨੂੰ ਸਰਕਾਰ ਕੋਲ ਇਹਨਾਂ ਨੇ ਕੇਂਦਰ ਤੋਂ 20,000 ਕਰੋੜ ਦੀ ਮੰਗ ਕੀਤੀ ਹੈ ਹੋਰ, ਅਗਰ ਉਹ ਆਏਗਾ ਤੇ ਉਹ ਇਹਨਾਂ 'ਚ ਵੰਡਿਆ ਜਾਏਗਾ ਗਰੀਬਾਂ ਦਾ ਜੋ ਵੀ ਹੈ ਭਲਾ ਕਰਨਗੇ। ਮਤਲਬ ਕਿ ਉਹਦੇ ਤੋਂ ਥੱਲੇ ਗੱਲ ਚੱਲਦੀ ਨਹੀਂ ਪਈ ਇਹਨਾਂ ਦੀ। ਤੁਸੀਂ ਬੜੇ ਸਿਆਣੇ ਸੱਜਣ ਬੈਠੇ ਹੋ। ਇਹ ਕਿਸੇ ਨੇ ਬਜਟ 'ਚ ਪ੍ਰੋਵੀਜ਼ਨ ਕੀਤੀ ਸੀ ਵੀ ਕਰੋਨਾ ਆਏਗਾ ਔਰ ਫਿਰ ਉਹਦੇ ਤੇ ਉਹ ਪੈਸੇ ਵਰਤਾਂਗੇ? ਹੈ ਕਿਸੇ ਸਰਕਾਰ ਦੀ ਬਜਟ 'ਚ ਪ੍ਰੋਵੀਜ਼ਨ? ਜੇ ਕੇਂਦਰ ਸਰਕਾਰ ਨੇ ਵੀ ਭੇਜੇ ਆ ਤਾਂ ਉਹਨਾਂ ਨੇ ਕਿਸੇ ਜਿਹੜੀਆਂ ਹੋਰ ਸਕੀਮਾਂ ਲਈ ਪੈਸੇ ਰੱਖੇ ਹੋਣਗੇ ਔਰ ਉਹ ਕੋਵਿਡ ਨਾਲ ਲੜਨ ਲਈ, ਉਹ ਇਹਨਾਂ ਦੀ ਮਦਦ ਕਰਨ ਲਈ ਉਹ ਭੇਜੇ ਆ। ਕੀ ਸੂਬਾ ਸਰਕਾਰ ਆਪਦੇ ਫੰਡ ਡਾਇਵਰਟ ਨਹੀਂ ਕਰ ਸਕਦੀ? ਇਹੀ ਚੀਜ਼ ਹੈ। ਗਰਾਊਂਡ ਰਿਐਲਿਟੀ ਕੀ ਹੈਗੀ ਹੈ? ਗਰਾਊਂਡ ਰਿਐਲਿਟੀ ਇਹ ਜਾਂਦੇ ਹੋ ਪਿੰਡਾਂ 'ਚ ਥਾਵਾਂ ਤੇ ਜਾਂਦੇ ਹੋ, ਗਰੀਬ ਜਨਤਾ ਦਾ ਜਿਹੜਾ ਮੇਨ ਇਲਜ਼ਾਮ ਹੈ ਵੀ ਆਟਾ ਤੇ ਆ ਰਿਹਾ, ਦਾਲ ਤੇ ਆ ਰਹੀ ਹੈ, ਮਗਰ ਉਹ ਆਪਣੇ ਉਹ ਕਹਿ ਰਹੇ ਚਹੇਤਿਆਂ ਨੂੰ ਦਿੱਤੀ ਜਾ ਰਹੀ। ਇਹ 'ਚ ਕੀ ਸੱਚਾਈ ਹੈ? ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਤੁਹਾਡੇ ਇਹ ਕਾਲ ਲੈਣ ਤੋਂ ਪਹਿਲਾਂ ਮੈਨੂੰ ਹੁਣੇ ਇੱਕ ਮੇਰੇ ਇਲਾਕੇ 'ਚੋਂ ਫੋਨ ਆਇਆ ਸੀ। ਉਹ ਬੰਦੇ ਬੜੇ ਗਰੀਬ, ਬੜੇ ਨਿਆਸਰੇ ਹੈ ਔਰ ਉਹਨਾਂ ਦਾ ਗਿਲਾ ਸੀ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਨੀਲਾ ਕਾਰਡ ਸ਼ੁਰੂ ਕੀਤਾ ਸੀ, ਬਲੂ ਕਾਰਡ, ਤੁਸੀਂ ਸੁਣਿਆ ਹੋਣਾ। ਸਭ ਤੋਂ ਪਹਿਲਾਂ ਜੇ ਪੰਜਾਬ 'ਚੋਂ ਸਕੀਮ ਚੱਲੀ ਸੀ ਕਿ ਕੋਈ ਬੰਦਾ ਭੁੱਖਾ ਨਾ ਸੌਵੇ, ਕੋਈ ਹਰ ਇੱਕ ਇਨਸਾਨ ਰੋਟੀ ਖਾ ਕੇ ਪਵੇ, ਉਹਦੇ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਨੀਲਾ ਕਾਰਡ ਸ਼ੁਰੂ ਕੀਤਾ ਸੀ। ਔਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ 35 ਤੋਂ 40% ਲੋਕਾਂ ਦੇ ਇਹਨਾਂ ਨੇ ਨੀਲੇ ਕਾਰਡ ਕੱਟੇ। ਜਿਹੜੇ ਨਵਿਆਂ ਨੂੰ ਕੀ ਦੇਣਾ ਇਹਨਾਂ ਨੇ? ਤਾਂ ਜਿਹੜੇ ਉਹ ਕਹਿੰਦੇ ਆ ਨਾ, ਇੱਕ ਕਹਾਵਤ ਸੀ, ਪੀਰ ਮਤੋਈ ਮੈਨੂੰ ਤਾਂ ਕੀ ਦੇਣੀ ਸੀ, ਮੇਰੇ ਬਾਪੂ ਵਾਲੀ ਵੀ ਖੋਈ। ਇਹਨਾਂ ਨੇ ਤਾਂ ਦੇਣਾ ਕੀ ਸੀ ਤੇ ਪਹਿਲਾਂ ਵਾਲਿਆਂ ਦਾ ਖੋਹ ਲਿਆ। ਔਰ ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਇਹ ਚਹੇਤਿਆਂ ਨੂੰ ਦਿੱਤਾ ਜਾ ਰਿਹਾ, ਦੇਖੋ ਇਹ ਗੱਲ ਬਿਲਕੁਲ ਦਰੁਸਤ ਹੈ। ਤੁਸੀਂ ਇਹ ਸਾਡੇ ਕਹਿਣ ਨਾਲ ਨਹੀਂ ਗੱਲ, ਅਸੀਂ ਕਹਿਣਾ ਨਹੀਂ ਚਾਹੁੰਦੇ ਇਹ ਗੱਲ, ਪਰ ਤੁਸੀਂ ਸਾਰੇ ਚੈਨਲ ਦੇਖ ਲਓ ਜਿਹੜੇ ਗਰਾਊਂਡ ਰਿਐਲਿਟੀ ਕਵਰ ਕਰਦੇ ਆ, ਉਹਨਾਂ ਤੇ ਤੁਹਾਨੂੰ ਰੋਜ਼ ਸਟੋਰੀਆਂ ਮਿਲਦੀਆਂ ਨੇ, ਰੋਜ਼ ਗੱਲਾਂ ਹੁੰਦੀਆਂ ਨੇ। ਮੰਤਰੀਆਂ ਦਾ ਇਹਨਾਂ ਦਾ ਘਰਾਓ ਹੋਇਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੀ ਹੁੰਦੀਆਂ ਨੇ ਜੇ ਭਾਜੀ ਜੀ ਕਿਤੇ ਨਹੀਂ ਚੀਜ਼ ਲੋੜਵੰਦ ਤੱਕ ਪਹੁੰਚਦੀ। ਔਰ ਅਸੀਂ ਤਾਂ ਪਿੰਡਾਂ 'ਚ, ਅਸੀਂ ਤਾਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿ ਉਹਨਾਂ ਨੇ ਇੰਨੇ ਰੋਜ਼ 4-5 ਲੱਖ ਲੋਕਾਂ ਨੂੰ ਲੰਗਰ ਛਕਾ ਕੇ ਪੰਜਾਬ ਦੀ ਜਨਤਾ ਨੂੰ ਬਚਾਈ ਬੈਠੇ ਹੈ। ਔਰ ਸਮਾਜ ਸੇਵੀ ਸੰਸਥਾਵਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਇੰਨਾ ਉਦਮ ਕਰਕੇ ਇਹਨਾਂ ਲੋਕਾਂ ਨੂੰ ਮੂੰਹ ਇਹਨਾਂ ਦਾ ਢਿੱਡ ਭਰਿਆ। ਔਰ ਸਰਕਾਰ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਨਾਕਾਮ ਹੈ। ਇਹਨਾਂ ਦੇ ਸਿਹਤ ਮੰਤਰੀ ਨੇ ਤੇ ਆਪਣੇ ਘਰ ਦੇ ਬਾਹਰ ਦੇਖਣ 'ਚ ਆਇਆ ਕਿ ਇੱਕ ਬੋਰਡ ਜਿਹਾ ਹੀ ਲਗਾ ਦਿੱਤਾ ਵੀ ਉਹਨਾਂ ਦੇ ਇੱਕ ਟਾਈਮ ਤੱਕ ਕੋਈ ਨਹੀਂ ਉਹਨਾਂ ਨੂੰ ਛੇੜੇਗਾ, ਹਲਾਏਗਾ। ਇਹ ਤੁਸੀਂ ਐਜ਼ ਇੱਕ ਵੱਡੀ ਪਾਰਟੀ ਹੋ ਸ਼੍ਰੋਮਣੀ ਅਕਾਲੀ ਦਲ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਕੋਈ ਇਹਦੇ ਉੱਤੇ ਐਕਸ਼ਨ ਦੀ ਡਿਮਾਂਡ ਹੈਗੀ ਤੁਹਾਡੀ? ਇੱਕ ਸਿਹਤ ਮੰਤਰੀ ਇਸ ਟਾਈਮ ਦੇ ਉੱਤੇ ਇਹੋ ਜਿਹੀ ਚੀਜ਼ ਕਰੇ। ਦੇਖੋ ਮੈਂ ਸਮਝਦਾ ਹੈ ਕਿ ਜਿੱਡੀ ਵੱਡੀ ਜ਼ਿੰਮੇਵਾਰੀ ਸਿਹਤ ਮੰਤਰੀ ਦੀ ਹੈ, ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸੀ। ਜੇ ਉਹ ਨਹੀਂ ਇਹ ਡਿਊਟੀ ਕਰ ਸਕਦੇ ਤਾਂ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ, ਕੋਈ ਹੋਰ ਸੱਜਣ ਸੇਵਾ ਕਰ ਲੇਗਾ। ਜੇ ਉਹਨਾਂ ਤੋਂ ਨਹੀਂ ਇਹ ਸੇਵਾ ਹੁੰਦੀ ਤਾਂ ਉਹਨਾਂ ਨੂੰ ਸੇਵਾ ਇਹ ਛੱਡ ਦੇਣੀ ਚਾਹੀਦੀ ਹੈ। ਔਰ ਉਹਨਾਂ ਨੇ ਘਰ ਦੇ ਬਾਹਰ ਬੋਰਡ ਲਾਇਆ ਹੋਇਆ ਔਰ ਲੋਕ ਤਰ੍ਹਾਂ ਕਰ ਰਹੇ ਹੈ। ਔਰ ਤੁਸੀਂ ਦੇਖੋਗੇ ਸਿਹਤ ਮੰਤਰੀ ਦੀ ਫੇਲੂਅਰ ਜਾਂ ਮਹਿਕਮੇ ਦੀ ਫੇਲੂਅਰ, ਤੁਸੀਂ ਦੇਖਿਆ ਹੋਣਾ ਕੱਲ ਤਰਨਤਾਰਨ 'ਚ ਇੱਕ ਐਂਬੂਲੈਂਸ ਆਈ, ਐਂਬੂਲੈਂਸ ਦੇ ਵਿੱਚੋਂ ਉਹ ਝਾੜੂ ਮਾਰ ਕੇ ਰੇਤਾ ਕੱਢ ਰਿਹਾ ਹੈ। ਕੀ ਹਾਲਾਤ ਨੇ? ਲੋਕ ਹਸਪਤਾਲਾਂ ਦੇ ਵਿੱਚੋਂ ਲਾਈਵ ਹੋ ਕੇ ਕਹਿ ਰਹੇ ਨੇ ਕਿ ਸਾਨੂੰ ਡਾਈਟ ਨਹੀਂ ਮਿਲ ਰਹੀ। ਲੋਕ ਲਾਈਵ ਹੋ ਕੇ ਕਹਿ ਰਹੇ ਨੇ ਕਿ ਇੱਥੇ ਤਾਂ ਕੋਈ ਇੰਤਜ਼ਾਮ ਨਹੀਂ। ਔਰ ਕਿੱਡੀ ਦੁੱਖ ਦੀ ਗੱਲ ਹੈ ਕਿ ਸਿੱਖ ਕੌਮ ਦਾ ਬਹੁਤ ਮਹਾਨ ਕੀਰਤਨੀ ਹੈ ਭਾਈ ਸਾਹਿਬ, ਭਾਈ ਨਿਰਮਲ ਸਿੰਘ ਜੀ। ਔਰ ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਆਡੀਓ ਤੁਸੀਂ ਵੀ ਸੁਣੀ ਹੋਣੀ ਹੈ, ਵਾਇਰਲ ਹੋਈ ਸੀ, ਮੈਂ ਵੀ ਸੁਣੀ ਹੈ, ਜਿੰਨੀ ਦੁੱਖ ਭਰੀ ਦਾਸਤਾਨ ਉਹਨਾਂ ਨੇ ਬਿਆਨ ਕਰੀ। ਔਰ ਕੌਮ ਦਾ ਐਡਾ ਵੱਡਾ ਸਰਮਾਇਆ ਸੀ ਉਹ ਸਾਡੇ ਤੋਂ ਚਲੇ ਗਏ। ਮੈਂ ਸਮਝਦਾ ਕਿ ਸਿਹਤ ਮੰਤਰੀ ਤੋਂ ਉਸੇ ਦਿਨ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ। ਨਹੀਂ, ਬਿਲਕੁਲ ਸਹੀ ਤੁਸੀਂ ਇਹ ਫਰਮਾਇਆ ਕਿ ਇਹ ਐਡੀ ਵੱਡੀ ਘਟਨਾ ਵਾਪਰੀ ਹੈ, ਉਹਦੇ ਤੇ ਵੀ ਕੋਈ ਐਕਸ਼ਨ ਨਹੀਂ, ਕੋਈ ਏਦਾਂ ਦਾ
ਲਿਆ ਗਿਆ। ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਇਆ, ਉਹਨਾਂ ਦੇ ਅੰਤਿਮ ਸੰਸਕਾਰ ਨਾਲ ਉਹ ਵੀ ਸਾਰੀ ਦੁਨੀਆ ਨੂੰ ਪਤਾ ਹੈ। ਉਹ ਵੀ ਕੌਣ ਰੋਕ ਰਹੇ ਨੇ? ਇਹ ਲੋਕ ਹੀ ਨੇ। ਔਰ ਤੁਸੀਂ ਸਿਹਤ ਮੰਤਰੀ ਦੀ ਗੱਲ ਕਰਦੇ ਹੋ, ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਫਾਰਮ ਹਾਊਸ ਚੋਂ ਨਿਕਲਣ। ਕੱਲੀਆਂ ਵੀਡੀਓ ਕਾਲ ਨਾ ਉਹ ਆਪਦੇ ਬੰਦਿਆਂ ਨੂੰ ਕਹਿ ਦਿਆ ਕਰਨਗੇ, ਫਲਾਨੇ ਬੰਦੇ ਨੂੰ ਯਾਰ ਮੇਰੀ ਇੱਕ ਅੱਧੇ ਆਪਣੇ ਬੰਦੇ ਨੂੰ ਵੀਡੀਓ ਕਾਲ ਕਰਾਵੇ, ਜਿਹੜਾ ਕਵੇ ਕਿ ਹਾਂਜੀ ਬਹੁਤ ਚੰਗਾ ਚੱਲ ਰਿਹਾ ਕੈਪਟਨ ਸਾਹਿਬ, ਬਹੁਤ ਅੱਛਾ ਚੱਲ ਰਿਹਾ। ਮੈਂ ਤਾਂ ਸਮਝਦਾ ਹੈ ਕਿ ਇਹ ਗੱਲਾਂ ਦੀ ਜਗ੍ਹਾ ਤੇ ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਅਫੈਕਟਡ ਪਾਰਟੀਜ਼ ਨੇ, ਜੇ ਆਪਾਂ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਇੰਡਸਟਰੀਲਿਸਟ ਨੇ ਉਹਨਾਂ ਨਾਲ ਇਹਨਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਕਿ ਤੁਹਾਡਾ ਕੀ ਹੱਲ ਕਰੀਏ। ਦੇਖੋ, ਇੱਕ ਇਹਨਾਂ ਨੇ ਰਿਲੈਕਸੇਸ਼ਨ ਦਿੱਤੀ ਹੈ ਕਿ ਅਸੀਂ 4 ਘੰਟਿਆਂ ਦੀ ਰਿਲੈਕਸੇਸ਼ਨ ਦੇਤੀ, ਛੋਟੇ ਉਦਯੋਗਾਂ ਨੂੰ ਦੇਤੀ। ਛੋਟੇ ਉਦਯੋਗਾਂ ਦਾ ਮਾਲ ਕਿੱਥੇ ਜਾਣਾ ਹੈ? ਮੀਡੀਅਮ ਉਦਯੋਗਾਂ 'ਚ, ਵੱਡੇ ਉਦਯੋਗਾਂ 'ਚ ਇੱਕ ਚੇਨ ਬਣੀ ਹੋਈ ਹੈ। ਜੇ ਤੁਸੀਂ ਕਹੋ ਵੀ ਅਸੀਂ ਕੈਮਰਾਮੈਨ ਨੂੰ ਤਾਂ ਟੀਵੀ ਨੇ ਇਜਾਜ਼ਤ ਦੇਤੀ, ਪਰ ਜਿਹੜਾ ਸਾਡਾ ਚੈਨਲ ਆ ਉਹ ਬੰਦ ਹੈ, ਉਹਦਾ ਫਾਇਦਾ ਹੋਏਗਾ ਕੋਈ? ਦੱਸੋ। ਨਹੀਂ, 4 ਘੰਟਿਆਂ ਲਈ ਇਹਨਾਂ ਦੀ ਸਮਝ, ਮਤਲਬ ਕਿ ਇਹਨਾਂ ਦੇ ਨਾਲ ਬੜੇ ਸਿਆਣੇ ਦਿਮਾਗ ਹੁੰਦੇ ਨੇ, ਹਮੇਸ਼ਾ ਹੀ 4 ਬੰਦੇ ਨਾਲ ਹੁੰਦੇ ਨੇ ਵੀ 4 ਘੰਟਿਆਂ 'ਚ ਰਸ਼ ਵਧੇਗਾ ਕਿ ਘਟੇਗਾ? ਭਾਜੀ ਤੁਸੀਂ ਰਸ਼ ਤੋਂ ਅਗਲੀ ਗੱਲ, ਤੁਸੀਂ ਉਹ ਕੰਡੀਸ਼ਨਾਂ ਪੜ੍ਹੀਆਂ ਨੇ, ਉਹਦੇ 'ਚ ਕੰਡੀਸ਼ਨ ਹੈ ਕਿ ਜੇ ਕੋਈ ਇੰਡਸਟਰੀ ਚਲਾਏਗਾ, ਜੇ ਉਹਦਾ ਕੋਈ ਪੇਸ਼ੈਂਟ, ਜੇ ਉਹਦਾ ਕੋਈ ਵਰਕਰ ਕੋਵਿਡ ਤੋਂ ਅਫੈਕਟਡ ਆ ਗਿਆ ਤਾਂ ਉਸ ਇੰਡਸਟਰੀਲਿਸਟ ਤੇ ਉਸ ਜਿਹੜਾ ਅਦਾਰੇ ਦਾ ਮਾਲਕ ਹੋਵੇਗਾ, ਜੋ ਉਸ ਦਾ ਐਮਡੀ ਹੋਏਗਾ, ਉਹਦੇ ਤੇ ਪਰਚਾ ਦਰਜ ਹੋ ਜਾਏਗਾ। ਹਾਂਜੀ, ਇਹ ਇਹਨਾਂ ਨੇ ਕਾਫੀ ਦਿਨ ਪੁਰਾਣੇ ਹੋ ਗਏ ਨੇ, ਇਹਨਾਂ ਨੇ ਕਿਹਾ ਸੀ, ਮਗਰ ਇਹਦੇ ਉੱਤੇ ਕਿਉਂਕਿ ਉਹਨਾਂ ਨੇ ਬਿਜ਼ਨਸ ਆਪਣਾ ਸ਼ੁਰੂ ਹੀ ਨਹੀਂ ਕੀਤਾ ਇਸੇ ਲਈ। ਨਹੀਂ ਸ਼ੁਰੂ, ਤੁਸੀਂ ਮੇਰੀ ਗੱਲ ਸੁਣੋ, ਕੋਈ ਵੀ ਇਨਸਾਨ, ਤੁਸੀਂ ਪੰਜਾਬ ਵਿੱਚ ਦੇਖੋ ਕਿ ਜਿੰਨੇ ਕੇਸ ਆ ਰਹੇ ਆ ਉਹਨਾਂ ਚੋਂ 80% ਦੇ ਕਰੀਬ ਲੋਕਾਂ 'ਚ ਜਿਹੜੇ ਲੱਛਣ ਬਾਹਰ ਆਏ ਨੇ, ਜੋ ਸਿੰਪਟਮਸ ਬਾਹਰ ਆਏ ਨੇ, ਉਹ ਨਹੀਂ ਆ ਰਹੇ। ਹੁਣ ਨੰਦੇੜ ਸਾਹਿਬ ਤੋਂ ਸ਼ਰਧਾਲੂ ਆਏ ਨੇ, ਸਰਕਾਰ ਦੀ ਕੀ ਜ਼ਿੰਮੇਵਾਰੀ ਬਣਦੀ ਸੀ? ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਆਉਣ ਸਾਰ ਉਹਨਾਂ ਨੂੰ ਹੈਲਥ ਸੈਂਟਰ 'ਚ ਲਿਜਾ ਕੇ ਕੁਆਰੰਟਾਈਨ ਕੀਤਾ ਜਾਂਦਾ, ਉਹਨਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਂਦਾ ਜਦੋਂ ਤੱਕ ਉਹਨਾਂ ਦੇ ਟੈਸਟ ਹੋ ਕੇ ਉਹ ਸਾਰੇ ਕਲੀਅਰ ਨਾ ਹੋ ਜਾਂਦੇ। ਪਰ ਇਹਨਾਂ ਨੇ ਤਾਂ ਪੁੱਛਿਆ ਜੀ ਤੈਨੂੰ ਬੁਖਾਰ ਤਾਂ ਹੈ ਨਹੀਂ, ਤੈਨੂੰ ਖੰਘ ਤਾਂ ਹੈ ਨਹੀਂ? ਉਹ ਕਹਿੰਦੇ ਜੀ ਹੈ ਨਹੀਂ, ਚੰਗਾ ਜੀ ਜਾਓ। ਉਹਨਾਂ ਚੋਂ ਵੀ ਕੀ ਕੀਤਾ, ਜਿਹੜੇ ਕੋਈ ਸਰਕਾਰ ਦੇ ਪੱਖੀ ਲੋਕਾਂ ਦੇ ਕੋਈ ਵਾਕਿਫ ਸੀ ਉਹਨਾਂ ਨੂੰ ਤੁਰੰਤ ਘਰੇ ਜਾਣ ਦਿੱਤਾ, ਦੂਜਿਆਂ ਨੂੰ ਰੋਕਿਆ। ਹੁਣ ਉਹਦਾ ਰਿਜ਼ਲਟ ਕੀ ਹੋਇਆ? ਜਦੋਂ ਬੰਦੇ ਘਰੇ ਚਲੇ ਗਏ, ਰਿਜ਼ਲਟ ਲਿਆ ਇਹਨਾਂ ਨੇ, ਉਹ ਬਾਅਦ ਚੋਂ ਜਦੋਂ ਪੋਜ਼ਿਟਿਵ ਆ ਗਏ ਫਿਰ ਉਹਨਾਂ ਨੂੰ ਫੋਨ ਕਰਕੇ ਬੁਲਾ ਰਹੇ। ਦੇਖੋ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਮੈਂ ਸਮਝਦਾ ਕਿ ਸਰਕਾਰ ਨੂੰ ਇਹਨੂੰ ਬਹੁਤ ਸੀਰੀਅਸ ਲੈਣਾ ਚਾਹੀਦਾ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਬੜੀ ਵੱਡੀ ਬਿਮਾਰੀ ਆ ਔਰ ਇਹਦੇ ਤੋਂ ਬਚਣ ਦਾ ਬੜੇ ਸੀਰੀਅਸ ਉਪਾਅ ਕਰਨੇ ਚਾਹੀਦੇ। ਔਰ ਜੇ ਆਪਾਂ ਲੋਕਡਾਊਨ ਰੱਖਿਆ ਇੰਨੇ ਦਿਨ ਔਰ ਆਪਾਂ ਉਹਦੇ 'ਚ ਕਿਤੇ ਵੀ ਲਾਪਰਵਾਹੀ ਕਰਦੇ ਆ ਤਾਂ ਉਹਦਾ ਬੜਾ ਵੱਡਾ ਨੁਕਸਾਨ ਭੁਗਤਣਾ ਪੈਣਾ। ਹੁਣ ਜਿਹੜਾ ਇਸ ਟਾਈਮ ਦੇ ਉੱਤੇ ਕਿਸਾਨਾਂ ਦੇ ਲਈ ਇਹ ਬੜਾ ਕ੍ਰੂਸ਼ਲ ਟਾਈਮ ਚੱਲਦਾ ਪਿਆ। ਤੁਸੀਂ ਗਰਾਊਂਡ ਰਿਐਲਿਟੀ ਜਾਣਦੇ ਜੇ, ਮੰਡੀਆਂ 'ਚ ਗਏ ਜੇ, ਕਿ ਜਿਸ ਤਰ੍ਹਾਂ ਕਿ ਨਾਲ ਸਰਕਾਰ ਨੇ ਬਿਆਨ ਦਿੱਤੇ ਸੀ, ਇਹ ਮੰਡੀਆਂ ਉਸੇ ਤਰੀਕੇ ਨਾਲ ਚੱਲ ਰਹੀਆਂ। ਮੈਂ ਬਹੁਤ ਸਾਰੀਆਂ ਵੀਡੀਓ ਉੱਥੋਂ ਦੇਖਦਾ ਪਿਆ, ਜਿਸ ਤਰ੍ਹਾਂ ਸਰਕਾਰ ਨੇ ਕਿਹਾ ਸੀ ਕਿ ਉੱਥੇ ਤੁਹਾਨੂੰ ਐਂਟਰੀ ਦੇ ਉੱਤੇ ਮਾਸਕ ਮਿਲਣਗੇ, ਸੈਨੀਟਾਈਜ਼ਰ ਮਿਲੇਗਾ, ਉਹਦੇ ਅੰਦਰ ਤੁਹਾਨੂੰ ਡਿਸਟੈਂਸ, ਉਹ ਸਾਰਾ ਕੁਝ ਐਜ਼ ਇਟ ਇਜ਼ ਮਿਲੇਗਾ, ਪਲੱਸ ਮੰਡੀਆਂ ਅਪ ਟੂ ਡੇਟ ਮਿਲਣਗੀਆਂ, ਜਿਹੜੇ 5 ਪਾਸ ਉਹ ਮੋਰ ਦੈਨ ਸਫੀਸ਼ੀਐਂਟ ਹੋਣਗੇ ਆੜਤੀ ਕੋ। ਇਹਦੇ ਵਿੱਚ ਕੀ ਸੱਚਾਈ ਕੀ ਹੈਗੀ ਹੈ? ਤੁਸੀਂ ਇੱਕ ਗੱਲ ਦੱਸੋ, ਮੰਡੀ 'ਚ ਸਭ ਤੋਂ ਪਹਿਲੀ ਜ਼ਰੂਰਤ ਕੀ ਹੁੰਦੀ ਹੈ? ਬਾਰਦਾਨਾ, ਬੋਰੀ, ਗੱਟੇ ਦੀ ਸਭ ਤੋਂ ਪਹਿਲੀ ਜ਼ਰੂਰਤ ਇਹ ਹੁੰਦੀ ਹੈ ਨਾ। ਮੰਡੀਆਂ 'ਚ ਬਾਰਦਾਨਾ ਹੈ ਨਹੀਂ, ਹਾਹਾਕਾਰ ਮੱਚੀ ਹੋਈ ਹੈ। ਜਿਹੜੀ ਕਣਕ ਵਿਕ ਗਈ ਹੈ ਉਹਦੀ ਪੇਮੈਂਟ ਨਹੀਂ ਆ ਰਹੀ ਆੜਤੀਏ ਨੂੰ। ਔਰ ਇੱਕ ਕਿਸਾਨ ਨੂੰ, ਪਹਿਲਾਂ ਤਾਂ ਇਹਨਾਂ ਦਾ ਕੋਈ ਸਿਸਟਮ ਨਹੀਂ। ਪਹਿਲਾਂ ਇਹਨਾਂ ਨੇ ਕਿਹਾ ਕਿ ਜੀ ਇੱਕ ਕਿਸਾਨ 50 ਕੁਇੰਟਲ ਕਣਕ ਲਿਆ ਸਕਦਾ ਹੈ, 50 ਕੁਇੰਟਲ ਤੋਂ ਜ਼ਿਆਦਾ ਨਹੀਂ ਲਿਆ ਸਕਦਾ। ਇੱਕ ਕਿਸਾਨ 5-10 ਏਕੜ ਦਾ ਮਾਲਕ ਹੈ, ਉਹ ਇਕੱਠੀ ਕਣਕ ਵੱਢੇਗਾ, ਉਹ ਕਿਵੇਂ ਲੈ ਕੇ ਆਏਗਾ? ਚਲੋ ਉਹ ਕੰਡੀਸ਼ਨ ਤੋਂ ਹਟਾ ਕੇ ਇਹਨਾਂ ਨੇ ਕੁਝ ਬਦਲੀਆਂ। ਪਰ ਜਿਹੜੇ ਪਾਸ ਹੈ ਉਹਦੇ 'ਚ ਵੀ ਇੰਨੀ ਪਰੇਸ਼ਾਨੀ ਹੈ ਕਿ ਆਮ ਬੰਦੇ ਨੂੰ ਪਾਸ ਲੈਣਾ ਹੀ ਬਹੁਤ ਮੁਸ਼ਕਲ ਹੈ। ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੂੰ ਚਾਹੀਦਾ ਕੀ ਸੀ, ਇਹ ਕਿਸਾਨ ਜਥੇਬੰਦੀਆਂ ਨਾਲ ਬੈਠਦੇ, ਪੋਲੀਟੀਕਲ ਪਾਰਟੀਆਂ ਨਾਲ ਡਿਸਕਸ ਕਰਦੇ, ਫਿਰ ਉਹਦਾ ਹੱਲ ਕੱਢਦੇ। ਪਰ ਇਹਨਾਂ ਨੇ ਤਾਂ ਇਨਵੋਲਵ ਹੀ ਨਹੀਂ ਕੀਤਾ ਕਿਸੇ ਨੂੰ। ਇਹਨਾਂ ਨੂੰ ਚਾਹੀਦਾ ਸੀ ਕਿ ਇੱਕ ਆੜਤੀਏ ਨੂੰ ਕਹਿੰਦੇ ਕਿ ਤੂੰ ਇੱਕ ਆਪਦੀ ਮੰਡੀ ਬਣਾ, ਇੱਥੋਂ ਅਸੀਂ ਕਣਕ, ਸਾਡਾ ਇੱਕ ਬੰਦਾ ਆਏਗਾ, ਜਿਹੜੇ ਕਿਸਾਨ ਆਏਗਾ ਉਹਦੇ ਤੋਂ ਤੂੰ ਖਾਲੀ ਤੇ ਭਰੀ ਟਰਾਲੀ ਕਰਾ ਲਾ, ਕੰਡੇ ਤੋਂ ਭਰੀ ਟਰਾਲੀ ਕਰਾ ਲਾ, ਖਾਲੀ ਟਰਾਲੀ ਕਰ ਲਾ, ਉਹਨੂੰ ਉੱਥੋਂ ਵਾਪਿਸ ਕਰ ਦੇ। ਔਰ ਉਹ ਜਿਹੜੀ ਕਣਕ ਹੈ ਉੱਥੇ ਕੋਈ ਬੰਦਾ ਨਹੀਂ ਹੋਏਗਾ ਤਾਂ ਉਹ ਆਪੇ ਹੀ ਸਹੀ ਹੋ ਜਾਏਗੀ, ਕਿਉਂਕਿ ਕਿਸਾਨ ਦੀ ਕਣਕ ਦਾ ਕੰਡੇ ਤੇ ਤੁਲ ਗਈ।
ਜਿਹੜਾ ਵੇਇੰਗ ਸਕੇਲ ਹੈ ਵੱਡਾ ਟਰੈਕਟਰਾਂ ਵਾਲਾ ਉਸੇ ਦੇ ਤੁਲ ਜਾਣੀ ਹੈ। ਔਰ ਉਹਦਾ ਸਭ ਤੋਂ ਅੱਵਲ ਤਰੀਕਾ ਸੀ, ਜਿਹੜੇ ਵੱਡੇ ਕਿਸਾਨ ਸੀ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਘਰਾਂ ਚੋਂ ਕਣਕਾਂ ਭਰੀਆਂ ਜਾਣਗੀਆਂ, ਉੱਥੋਂ ਭਰ ਲਓ। ਪਰ ਇਹਨਾਂ ਕੋਲੇ ਤਾਂ ਉਹ ਸਿਸਟਮ ਹੀ ਨਹੀਂ ਸੀ, ਨਾ ਇਹਨਾਂ ਨੇ ਉਹਦੇ ਤੇ ਕੋਈ ਵਰਕ ਕੀਤਾ। ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਅੱਜ ਮੰਡੀਆਂ 'ਚ ਵਾਰਦਾਨਾ ਹੈ ਨਹੀਂ, ਬਾਰਦਾਨੇ ਦੀ ਬੜੀ ਭਾਰੀ ਕਮੀ ਹੈ। ਇੱਕ ਦੂਸਰਾ ਜਿਹੜਾ ਇਹਨਾਂ ਨੇ ਗਰੀਬ ਕਾਮਿਆਂ ਲਈ, ਜਿਹੜੇ ਰਜਿਸਟਰਡ ਕਾਮਿਆਂ ਲਈ, ਉਹਨਾਂ ਲਈ ਤੇ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ 3-3 ਹਜ਼ਾਰ ਹਰ ਮਹੀਨੇ ਉਹਨਾਂ ਨੂੰ ਪਾ ਰਹੇ ਹਾਂ। ਜਿਹੜਾ ਉਹ ਦਬਕਾ ਜਿਹੜਾ ਰਜਿਸਟਰਡ ਨਹੀਂ ਹੈਗਾ, ਉਹਦੀ ਆਵਾਜ਼ ਕਿੱਥੇ ਜਾਏਗੀ? ਉਹ ਨਹੀਂ ਜੀ, ਤੁਸੀਂ ਜਿਹੜੇ ਕਾਮਿਆਂ ਨੂੰ ਕਹਿੰਦੇ ਆ ਨਾ, ਇਹ ਕਹਿ ਰਹੇ ਆ ਉਸਾਰੀ ਕਾਮਿਆਂ ਨੂੰ, ਹਾਂਜੀ, ਜਿਨ੍ਹਾਂ ਨੂੰ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ ਮਿਸਤਰੀ ਲੋਕ ਹੈ। ਮਿਸਤਰੀ ਉਹ ਵੀ ਜਿਹੜੇ ਰਜਿਸਟਰਡ ਹੈ, ਰਜਿਸਟਰਡ ਤੋਂ ਇਲਾਵਾ ਦੂਸਰਿਆਂ ਨੂੰ ਨਹੀਂ ਕੁਝ ਜਾ ਰਿਹਾ। ਇੱਕ ਬੇਨਤੀ ਸੁਣੋ, ਉਹ ਵੀ ਇਹਨਾਂ ਨੇ ਨਹੀਂ ਦਿੱਤਾ, ਉਹ ਵੀ ਸੈਂਟਰ ਸਰਕਾਰ ਨੇ ਦਿੱਤਾ। ਇਹਨਾਂ ਨੇ ਇੱਕ ਪੈਸਾ ਵੀ ਨਹੀਂ ਉਹਦੇ 'ਚ ਇਦਾਂ ਦਾ, ਉਹ ਵੀ ਸੈਂਟਰ ਸਰਕਾਰ ਦਾ। ਕਰਦੇ ਨੇ ਕਿ ਅਸੀਂ 90 ਕਰੋੜ 2 ਵਾਰੀ ਡਿਕਲੇਅਰ ਕੀਤਾ। ਨਹੀਂ ਜੀ, ਨਹੀਂ, ਝੂਠ ਬੋਲਦੇ ਆ। 90 ਕਰੋੜ। ਤੁਸੀਂ ਇੱਕ ਗੱਲ ਦੇਖੋ ਵੀ ਕੋਵਿਡ ਨਾਲ ਲੜਨ ਲਈ ਤਾਂ ਇਹਨਾਂ ਨੇ 40 ਕਰੋੜ ਕੀਤਾ ਹੈ, ਤੇ ਕਿਰਤੀ ਕਾਮਿਆਂ ਨੂੰ 90 ਕਰੋੜ ਕਿੱਥੋਂ ਦੇਤਾ? ਫੂਡ ਸਿਕਿਉਰਿਟੀ 'ਚ ਫੂਡ ਡਿਸਟ੍ਰੀਬਿਊਸ਼ਨ ਦਾ ਹਾਲ ਦੇਖ ਲਓ। ਇਹਨਾਂ ਨੇ 95 MT ਡਿਸਟ੍ਰੀਬਿਊਟ ਕੀਤੀ ਹੈ ਫੂਡ ਗ੍ਰੇਨ, ਜਿਹੜੀ ਕਿ 19,000 ਬੈਨੀਫਿਸ਼ਰੀ ਨੂੰ ਹੈ। ਇਹ ਤਾਂ ਇਸ ਤਰ੍ਹਾਂ ਬੈਠੇ ਹੈ ਕਿ ਜਿਹੜਾ ਸਰਕਾਰ ਦਾ ਪੈਸਾ ਨਾ ਜੀ, ਇਹਦੇ ਤੇ ਐ ਲੱਗਦਾ ਇਹਨਾਂ ਨੂੰ ਵੀ ਇਹ ਕਿਤੇ ਲੱਗ ਨਾ ਜਾਵੇ ਇਹਦੇ ਤੋਂ। ਹੁਣ ਦੇਖੋ, ਪੰਜਾਬ 'ਚ ਰੋਟੀ ਮਿਲਣੀ ਤਾਂ ਔਖੀ ਹੈ, ਪਰ ਜੇ ਸ਼ਰਾਬ ਚਾਹੀਦੀ ਹੈ ਤੁਹਾਡੇ ਘਰੇ ਆ ਜੂਗੀ। ਉਹ ਜਦੋਂ ਤੁਸੀਂ ਇਹ ਕੀ ਕਾਰਨ ਹੈਗਾ? ਇਹਦੇ ਤੇ ਸਰਕਾਰ ਦੀਆਂ ਨਜ਼ਰਾਂ ਨਹੀਂ ਹੈਗੀਆਂ? ਇਹ ਲਾਅ ਐਂਡ ਆਰਡਰ ਇਹਦੇ ਤੇ ਅੱਖਾਂ ਬੰਦ ਕੀਤਾ ਉਹਨੇ? ਨਹੀਂ, ਸਰਕਾਰ ਦੀਆਂ ਨਜ਼ਰਾਂ ਹੀ ਸ਼ਰਾਬ ਤੇ ਹੈ। ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਸ਼ਰਾਬ ਵੇਚਣ ਦੀ ਆਗਿਆ ਦਿਓ, ਉਹ ਤਾਂ ਤੁਸੀਂ ਦੇ ਹੀ ਰੱਖੀ ਹੈ। ਉਹ ਤੇ ਲਾਇਸੈਂਸ ਦੇ ਨਾਲ ਮੰਗਦੇ ਪਏ ਆ ਨਾ। ਮੁੱਖ ਮੰਤਰੀ ਸਾਹਿਬ ਤੇ ਲਾਇਸੈਂਸ ਚਾਹੁੰਦੇ ਨੇ ਕੇਂਦਰ ਤੋਂ ਮਿਲ ਜਵੇ ਤੇ ਮੈਂ ਲੈ ਲਵਾਂ, ਮਗਰ ਜਿਹੜੀਆਂ ਪਰਦੇ ਦੇ ਪਿੱਛੇ, ਪਰਦੇ ਦੇ ਅੰਦਰ ਵਿਕਦੀ ਪਈ ਹੈ, ਉਹਦਾ ਕੀ ਕਾਰਨ ਹੈਗਾ? ਉਹਦੇ ਤੇ ਲਾਅ ਐਂਡ ਆਰਡਰ ਕਿੱਧਰ ਜਾਂਦਾ? ਮੈਂ ਦੱਸਦਾ ਜੀ, ਇਹਨਾਂ ਨੇ ਜਿਹੜੇ ਠੇਕੇ ਆ ਆਪਦੇ ਚਹੇਤੇ ਲੋਕਾਂ ਨੂੰ ਦਿੱਤੇ ਹੋਏ ਆ। ਔਰ ਉੱਥੇ ਕਿਉਂਕਿ ਹੁਣ ਤੁਸੀਂ ਜਦੋਂ ਕਰਫਿਊ ਲੱਗ ਜਾਂਦਾ ਫਿਰ ਉਹ ਪੂਰਾ ਸਿਸਟਮ ਉਸ ਤਰ੍ਹਾਂ ਸਰਕਾਰ ਦੇ ਪੂਰਾ ਦਬਦਬੇ ਥੱਲੇ ਆ ਜਾਂਦਾ ਹੈ। ਜਿਹੜੇ ਇਹਨਾਂ ਦੇ ਲੋਕ, ਅਸੀਂ ਪਹਿਲਾਂ ਕਹਿੰਦੇ ਸੀ ਕਿ ਬਾਹਰਲੇ ਸੂਬਿਆਂ 'ਚੋਂ ਇਲੀਗਲ ਸ਼ਰਾਬ ਲਿਆ ਕੇ ਵੇਚਦੇ ਆ, ਉਹ ਸ਼ਰਾਬ ਅੱਜ ਜਿਹੜੀ 200 ਰੁਪਏ ਦੀ ਬੋਤਲ ਆ ਉਹ 800 ਰੁਪਏ ਨੂੰ, 1000 ਰੁਪਏ ਨੂੰ ਵਿਕ ਰਹੀ ਹੈ। ਔਰ ਤੁਸੀਂ ਮੰਨੋਗੇ ਨਹੀਂ, ਜਿਹੜੀ ਪਿੰਡਾਂ ਦੀ ਦੇਸੀ ਸ਼ਰਾਬ ਜਿਹੜੀ 600 ਰੁਪਏ ਨੂੰ ਪੇਟੀ ਸੀ, ਅੱਜ 2-2000 2500 ਰੁਪਏ ਨੂੰ ਪੇਟੀ। ਇਹ ਕਿਉਂਕਿ ਜਿਹੜੇ ਲੋਕ ਅਡਿਕਟਡ ਨੇ, ਉਹ ਲੋਕ ਰਹਿ ਨਹੀਂ ਸਕਦੇ, ਉਹਨਾਂ ਦੀ ਇਹ ਮਜਬੂਰੀ ਦਾ ਫਾਇਦਾ ਉਠਾ ਰਹੇ ਨੇ। ਔਰ ਮੈਂ ਗੱਲ ਸਮਝਦਾ ਕਿ ਇਹਦੇ ਨਾਲ ਦੂਰਾ ਨੁਕਸਾਨ ਹੈ ਸੂਬੇ ਦਾ। ਇੱਕ ਤਾਂ ਇਹਨਾਂ ਨੇ ਉਹਨਾਂ ਨੂੰ ਕਹਿਣਾ ਜੀ ਠੇਕੇ ਬੰਦ ਰਹੇ, ਇਸ ਕਰਕੇ ਇਹਨਾਂ ਤੋਂ ਕੋਈ ਫੀਸ ਨਹੀਂ ਲਈ ਜਾਏਗੀ। ਦੂਜੇ ਪਾਸੇ ਉਹ 200 ਰੁਪਏ ਵਾਲੀ ਚੀਜ਼ 800 ਰੁਪਏ 'ਚ ਵੇਚ ਰਹੇ ਆ। ਔਰ ਉਹ ਕੌਣ ਵਿਕਾ ਰਿਹਾ? ਸਰਕਾਰ ਤੋਂ ਬਿਨਾਂ ਹੋਰ ਕਿਵੇਂ ਵਿਕ ਸਕਦੀ ਹੈ? ਤੁਸੀਂ ਦੱਸੋ। ਕਰਫਿਊ ਲੱਗਿਆ ਹੋਵੇ ਤੇ ਸਰਕਾਰ ਤੋਂ ਬਿਨਾਂ ਇਹ ਚੀਜ਼ਾਂ ਹੋ ਸਕਦੀਆਂ? ਤੁਹਾਡੀ ਪਾਰਟੀ ਲੋਕਾਂ ਦੇ ਵਾਸਤੇ, ਪੰਜਾਬ ਦੀ ਜਨਤਾ ਵਾਸਤੇ, ਖਾਸ ਕਰਕੇ ਇਹ ਕੋਵਿਡ ਦੇ ਜਿਹੜੇ 2 ਮਹੀਨੇ ਹੈਗੇ ਨੇ, ਇਹਦੇ ਉੱਤੇ ਕੋਈ ਡਿਮਾਂਡ ਹੈਗੀ ਏਦਾਂ ਦੀ ਕਿ ਉਹਨਾਂ ਨੂੰ ਇਹ 2 ਮਹੀਨਿਆਂ ਦਾ ਬਿਜਲੀ ਦਾ, ਪਾਣੀ ਦਾ ਬਿੱਲ ਨਾ ਦੇਣਾ ਪਵੇ? ਦੇਖੋ, ਪ੍ਰਧਾਨ ਸਾਹਿਬ ਨੇ ਸਾਡੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਈ ਸੀ, ਉਹਦੇ 'ਚ ਵੀ ਗੱਲ ਕਰੀ ਸੀ ਕਿ ਲੋਕਾਂ ਦੀਆਂ ਜਿਹੜੀਆਂ ਦੇਖੋ ਕਾਰੋਬਾਰ ਬੰਦ ਪਏ ਨੇ, ਕਿਸਾਨਾਂ ਦੇ ਸਹਿਕਾਰੀ ਕਰਜ਼ੇ ਨੇ, ਉਹਨਾਂ ਨੂੰ ਮਾਫ ਕੀਤਾ ਜਾਵੇ। ਇੰਡਸਟਰੀਲਿਸਟ ਦੇ ਜਿਹੜੇ ਕਰਜ਼ੇ, ਜਿਹੜੇ ਬਿਜਲੀ ਦੇ ਬਿੱਲ ਨੇ, ਇੰਡਸਟਰੀ ਬੰਦ ਪਈ ਆ, ਉਹਨਾਂ ਨੂੰ ਯਕਮੁਸ਼ਤ ਬਿੱਲ ਪੈ ਰਹੇ ਨੇ, ਉਹ ਮਾਫ ਹੋਣੇ ਚਾਹੀਦੇ ਆ। ਜੇ ਟਰਾਂਸਪੋਰਟਰ ਨੇ, ਬੱਸਾਂ ਵਾਲੇ ਆ, ਛੋਟੀਆਂ ਗੱਡੀਆਂ ਵਾਲੇ ਆ, ਜਿਹੜੇ ਲੋਕ ਇਹ ਧੰਦੇ ਨਾਲ ਜੁੜੇ ਹੋਏ ਆ, ਉਹਨਾਂ ਦੀਆਂ ਕਿਸ਼ਤਾਂ ਮਾਫ ਹੋਣੀਆਂ ਚਾਹੀਦੀਆਂ। ਜੇ ਇਹ ਕੀ ਕਰਦੇ ਆ, ਇਹ ਕਹਿੰਦੇ ਜੀ ਅੱਗੇ ਕਰ ਦਿਆਂਗੇ। ਅੱਗੇ ਕਰਨ ਦਾ ਕੀ ਫਾਇਦਾ? ਇਹ ਤਾਂ ਸੂਬੇ ਦੇ ਪ੍ਰੀਵਿਊ 'ਚ ਹੀ ਚੀਜ਼ਾਂ ਨਾ ਜੀ, ਇਹਨਾਂ ਨੂੰ ਉਹ ਕਰਨਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੂੰ ਜਿਹੜੇ ਕਦਮ ਹੈ, ਜਿਹੜੇ ਕੋਵਿਡ ਨਾਲ ਲੜਨ ਲਈ ਹੈ, ਉਹਨਾਂ 'ਚ ਬਹੁਤ ਸਿਹਰਤ ਹੋਣ ਦੀ ਲੋੜ ਹੈ। ਤੁਸੀਂ ਇੱਕ ਗੱਲ ਦੇਖੋ ਕਿ ਸਰਦਾਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਨੇ ਆਪਣੇ ਹਲਕੇ ਲਈ ਵੈਂਟੀਲੇਟਰ ਮੰਗਵਾ ਕੇ ਦਿੱਤਾ। ਉਹਨਾਂ ਨੇ ਤਾਂ ਬਾਹਰੋਂ ਮੰਗਵਾ ਕੇ, ਅਰੇਂਜ ਕਰਾ ਕੇ, ਇੰਪੋਰਟ ਕਰਾ ਕੇ ਜਲਾਲਾਬਾਦ ਦੇਤਾ। ਇੱਕ ਫਿਰੋਜ਼ਪੁਰ ਲਈ ਮੰਗਾ ਰਹੇ ਹੈ, ਉੱਥੇ ਵੀ ਪਹੁੰਚਣ ਵਾਲਾ ਹੈ। ਔਰ ਉਹਨਾਂ ਨੇ ਐਂਬੂਲੈਂਸਾਂ, ਜਿਹੜੀ ਕਿ ਸਾਰਾ 20 ਲੱਖ ਰੁਪਏ ਦਾ ਖਰਚਾ ਹੈ, ਉਹ ਵੀ ਅਰੇਂਜ ਕਰਕੇ ਦੇਤੀ, ਜਿਹੜੇ 'ਚ ਵੈਂਟੀਲੇਟਰ ਲੱਗਿਆ ਹੈ। ਜੇ ਇੱਕ ਆਮ ਬੰਦਾ ਇਹ ਕਰ ਸਕਦਾ, ਇੱਕ ਪਾਰਟੀ ਦਾ ਇੱਕ MP ਕਰ ਸਕਦਾ ਹੈ,
ਤਾਂ ਇਹ ਕਿਉਂ ਨਹੀਂ ਕਰ ਸਕਦੇ? ਇਹਨਾਂ ਨੂੰ ਕੀ ਤਕਲੀਫ ਹੈ? ਇਹਨਾਂ ਵਾਸਤੇ ਕਿੱਡੇ ਕੁ ਵੱਡੇ ਯੂਨਿਟ ਹੈ ਕਿ ਹਰ ਇੱਕ ਜਗ੍ਹਾ ਵੈਂਟੀਲੇਟਰ, ਇੱਕ ਵੈਂਟੀਲੇਟਰ ਨਹੀਂ ਖਰੀਦਿਆ ਇਹਨਾਂ ਨੇ, ਇੱਕ ਇਹਨਾਂ ਨੇ ਐਂਬੂਲੈਂਸ ਨਹੀਂ ਇਕਵਿਪਡ ਖਰੀਦੀ ਜਿਹੜੀ ਕਿ ਇਸ ਸਮੇਂ ਲਈ ਬੜੀ ਜ਼ਰੂਰੀ ਹੈ। ਸੋ ਮੈਂ ਸਮਝਦਾ ਕਿ ਮੈਂ ਇਹਨਾਂ ਦੀ ਇਹ ਨਹੀਂ ਕਿ ਮੈਂ ਨੁਕਤਾਚੀਨੀ ਲਈ ਕਹਿ ਰਿਹਾ, ਮੈਂ ਇਸ ਕਰਕੇ ਕਹਿ ਰਿਹਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਦੇ ਫਾਰਮ ਹਾਊਸ ਚੋਂ ਨਿਕਲ ਕੇ ਇਕੱਲੀ ਸੋਸ਼ਲ ਮੀਡੀਆ ਤੇ ਇਹ ਕਾਲਾਂ ਨਹੀਂ ਪਾਉਣੀਆਂ ਚਾਹੀਦੀਆਂ, ਉਹਨਾਂ ਨੂੰ ਗਰਾਊਂਡ ਰਿਐਲਿਟੀ ਵੱਲ ਆਉਣਾ ਚਾਹੀਦਾ, ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ, ਜਿਹੜੇ ਲੋਕ ਆਮ ਲੋਕ ਨੇ ਜਿਨ੍ਹਾਂ ਨਾਲ, ਉਹਨਾਂ ਤੋਂ ਫੀਡਬੈਕ ਲੈ ਕੇ ਕਦਮ ਚੁੱਕਣੇ ਚਾਹੀਦੇ ਆ। ਨਹੀਂ, ਇਹ ਤਾਂ ਤੁਸੀਂ ਬਿਲਕੁਲ ਠੀਕ ਹੈ ਵੀ ਇਹ ਲੋਕਾਂ ਕੋਲੋਂ ਲੈ ਕੇ, ਮਗਰ ਜੇ ਕੈਪਟਨ ਸਾਹਿਬ ਦਾ ਹੁਣ ਸੁਣਨ ਚ ਆ ਰਿਹਾ ਹੈ ਕਿ MLA MPs ਉਹਨਾਂ ਤੋਂ ਕੁਝ ਦੁਖੀ ਨੇ ਕਿ ਉਹ ਆਪਣੇ MLA MPs ਦੀ ਨਹੀਂ ਸੁਣਦੇ, ਲੋਕਾਂ ਦੀ ਕਿੱਥੇ ਸੁਣਦੇ ਹੋਣਗੇ, ਇਹ ਉਹਨਾਂ ਦੇ MPs ਦਾ ਕਹਿਣਾ ਹੈਗਾ। ਨਹੀਂ ਜੀ, MLA MPਆਂ ਦੀ ਵੀ ਹਾਲਾਤ ਦੇਖ ਲਓ, MLA ਦੀ ਤੁਸੀਂ ਪਿਛਲੇ 3 ਦਿਨਾਂ ਦੇ ਜਿੰਨੇ ਪੰਜਾਬ ਦੇ ਮੀਡੀਆ ਹਾਊਸ ਆ ਉਹਨਾਂ ਦੀਆਂ ਖਬਰਾਂ ਪੜ੍ਹ ਲਓ, ਸੁਣ ਲਓ, ਉਹਨਾਂ 'ਚ ਕੀ ਹੈ ਕਿ ਇਹਨਾਂ ਨੇ ਕੀ ਕੀਤਾ ਹੈ। ਕੈਪਟਨ ਸਾਹਿਬ ਨੇ ਕਿਹਾ ਵੀ ਚਲੋ ਇਹ ਖੁਸ਼ ਹੋ ਜਾਣ, ਉਹਨਾਂ ਨੇ ਅਫਸਰਾਂ ਨੂੰ ਕਿਹਾ ਸਾਰਾ ਰਾਸ਼ਨ DC ਵੱਲੋਂ ਜਾਂਦਾ ਜੀ MLA ਸਾਹਿਬ ਦੇ ਘਰੇ ਭੇਜ ਦਿਓ। MLA ਸਾਹਿਬ ਕਹਿੰਦੇ ਜੀ ਐਂ ਕਰੋ, ਮੇਰੇ ਫਲਾਣੇ ਮੇਰਾ ਕਾਂਗਰਸ ਦਾ ਲੀਡਰ ਆ ਉਹਦੇ ਘਰੇ ਭੇਜ ਦਿਓ, ਉਹ ਫਿਰ ਆਪਦਾ ਜਿਹਨੂੰ ਦਿਲ ਕਰਦਾ ਦਿੰਦਾ, ਜਿਹਨੂੰ ਦਿਲ ਕਰਦਾ, ਜਿਹਨੂੰ ਲੋੜਵੰਦ ਹੁੰਦਾ ਹੈ ਉਹ ਵਿਚਾਰਾ ਵਿਪਤਾ 'ਚ ਪੈ ਰਿਹਾ। ਜਿਹੜੇ ਇਹ ਸਕੂਲਾਂ ਦੇ ਫੀਸਾਂ ਹੈਗੀਆਂ ਲੋਕਾਂ ਨੂੰ, ਜਿਵੇਂ ਵੀ ਆਪਾਂ ਕਹਿ ਚੁੱਕੇ ਹਾਂ ਕਿ ਇਹ ਬਿਜ਼ਨਸ ਬੰਦ ਪਏ ਨੇ ਵਗੈਰਾ, ਮੇਰੀ ਇਹਨਾਂ ਨਾਲ ਗੱਲ ਹੋਈ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਹਦਾਇਤਾਂ ਕੀਤੀਆਂ, ਕੋਈ ਵੀ ਸਕੂਲ ਬੱਚਿਆਂ ਦੀ ਫੀਸ ਨਹੀਂ ਲਏਗਾ, ਕੋਈ ਵੀ ਇੱਦਾਂ ਦੇ ਉਹਨਾਂ ਦੀ ਐਡਮਿਸ਼ਨ ਫੀਸਾਂ ਨਹੀਂ ਲਏਗਾ। ਮਗਰ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੋਈ ਇਹਦੇ ਤੇ ਕਾਨੂੰਨ, ਕੋਈ ਆਰਡਰ, ਉਹ ਕਹਿੰਦੇ ਵੀ ਅਸੀਂ ਇਹ ਸਿਰਫ ਇੱਕ ਸਹਿਯੋਗ ਮੰਗਿਆ ਉਹਨਾਂ ਕੋਲੋਂ, ਤੇ ਕਿ ਸ਼੍ਰੋਮਣੀ ਅਕਾਲੀ ਦਲ ਐਜ਼ ਓਪੋਜੀਸ਼ਨ, ਇੱਕ ਓਪੋਜੀਸ਼ਨ ਪਾਰਟੀ ਥੋੜੀ ਜਿਹੀ ਸਖਤ ਹੋਵੇ, ਦਬਦਬਾ ਹੋਵੇ ਤੇ ਫਿਰ ਇਹੋ ਜਿਹੇ ਕੰਮ ਸਿਰੇ ਚੜ ਜਾਂਦੇ ਨੇ। ਕਿ ਤੁਹਾਨੂੰ ਲੱਗਦਾ ਕਿ ਤੁਹਾਨੂੰ ਕੋਈ ਆਵਾਜ਼ ਉਠਾਉਣ ਦੀ? ਤੁਸੀਂ ਬੜੇ ਸਮਝਦਾਰ ਸੱਜਣ ਹੋ, ਤੁਸੀਂ ਦੇਖੋ ਵੀ ਜੇ ਤਾਂ ਮੈਂ ਕੁਝ ਕਰਨਾ ਹੈ, ਸਰਕਾਰ ਨੇ ਕੁਝ ਕਰਨਾ, ਉਹ ਤਾਂ ਕੁਝ ਨਹੀਂ ਕਰ ਰਹੀ, ਸਰਕਾਰ ਕੁਝ ਨਹੀਂ ਕਰ ਰਹੀ। ਜਿਹੜਾ ਕੋਈ ਪ੍ਰਾਈਵੇਟ ਬੰਦੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਫੀਸ ਲੈਣੀ ਨਹੀਂ ਤੇ ਤਨਖਾਹ ਪੂਰੀ ਦੇਣੀ ਹੈ, ਤੁਸੀਂ ਗੱਲ ਤਾਂ ਉਹ ਕਰੋਗੇ ਨਾ ਜਿਹੜੀ ਪ੍ਰੈਕਟੀਕਲ ਹੈ। ਜੇ ਇਹਨਾਂ ਨੂੰ ਚਾਹੀਦਾ ਕੀ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਹੈ ਇਹ ਉਹਨਾਂ ਨੂੰ ਕਹਿਣਗੇ ਤੁਸੀਂ ਫੀਸ ਨਹੀਂ ਮੰਗਣੀ, ਤੁਹਾਡੇ ਸਟਾਫ ਦੀ ਤਨਖਾਹ 3 ਮਹੀਨਿਆਂ ਦੀ ਅਸੀਂ ਦੇਵਾਂਗੇ, ਜੇ ਉਹ ਫਿਰ ਮੰਗਣਗੇ ਤਾਂ ਉਹਦੇ ਤੇ ਐਕਸ਼ਨ ਕਰਨ। ਪਰ ਇਹ ਤਾਂ ਕਹਿੰਦੇ ਵੀ ਸਕੂਲ, ਤੁਸੀਂ ਇਹ ਜਾਣ ਕੇ ਵੀ ਹੈਰਾਨ ਹੋਵੋਗੇ ਕਿ 80% ਜਿਹੜੇ ਪੰਜਾਬ 'ਚ ਪ੍ਰਾਈਵੇਟ ਸਕੂਲ ਹੈ ਉਹਨਾਂ ਦੀ ਹਾਲਾਤ ਇਹ ਨੇ, ਉਹ ਹੈਂਡ ਟੂ ਮਾਊਥ ਨੇ, ਔਰ ਉਹ ਉਹਨਾਂ ਦੀ ਫੀਸ ਆਉਂਦੀ ਆ ਉਹਨੇ ਕੁ ਨਾਲ ਉਹ ਅੱਗੇ ਆਪਦੇ ਅਧਿਆਪਕਾਂ ਨੂੰ ਦੇ ਕੇ ਉਹਨਾਂ ਦਾ ਗੁਜ਼ਾਰਾ ਚਲਾਉਂਦੇ ਨੇ, ਸਕੂਲਾਂ ਨੂੰ ਚਲਾਉਂਦੇ ਨੇ। ਬਹੁਤ ਥੋੜੇ ਸਕੂਲ ਨੇ ਜਿਹੜੇ ਕਿ ਬੜੇ ਵੱਡੇ ਸਾਧਨ ਸੰਪੰਨ ਨੇ, ਉਹਨਾਂ ਦਾ ਕੰਮ ਚੱਲ ਜਾਏਗਾ। ਪਰ ਜੇ ਤੁਸੀਂ ਕਹੋਗੇ ਤੁਹਾਨੂੰ ਆਮਦਨ ਕੋਈ ਨਹੀਂ, ਇਕੱਲਾ ਖਰਚਾ ਕਰੋ, ਕੀ ਉਹ ਚੀਜ਼ ਪ੍ਰੈਕਟੀਕਲ ਹੋਵੇਗੀ? ਉੱਥੇ ਸਰਕਾਰ ਨੂੰ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਰਕਾਰ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਦੀ ਜਿਹੜੀ ਉਹਨਾਂ ਸਕੂਲਾਂ ਦੀ ਵੀ ਇੱਕ, ਮੈਂ ਤੁਹਾਨੂੰ ਦੱਸਦਾ ਕਿ ਇੱਕ ਸਰਕਾਰ ਕੋਲੇ ਸਿਕਿਉਰਿਟੀ ਜਮ੍ਹਾਂ ਹੁੰਦੀ ਹੈ, ਕਿਸੇ ਦੀ 15 ਲੱਖ ਹੋਣੀ ਹੈ, ਕਿਸੇ ਦੀ ਜਿਹੀ ਕੈਪੈਸਿਟੀ ਹੋਣੀ ਹੈ, ਕਿਸੇ ਦੀ 20 ਲੱਖ ਹੋਣੀ ਹੈ। ਸਰਕਾਰ ਤੋਂ ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਸਾਡੀ ਉਹ ਸਿਕਿਉਰਿਟੀ ਰਿਲੀਜ਼ ਕਰ ਦਿਓ, ਅਸੀਂ ਉਹਦੇ ਨਾਲ ਔਖੇ ਟਾਈਮ 'ਚ ਆਪਦੇ ਜਿਹੜੇ ਟੀਚਰਸ ਨੇ, ਜਿਹੜਾ ਸਟਾਫ ਹੈ, ਉਹਨੂੰ ਸੈਲਰੀ ਦੇ ਸਕੀਏ। ਫਿਰ ਜਦੋਂ ਸਾਧਨ ਚੱਲ ਪੈਣਗੇ ਅਸੀਂ ਤੁਹਾਡੇ ਕੋਲੇ ਫਿਰ 2-4 ਮਹੀਨਿਆਂ ਜਮ੍ਹਾਂ ਕਰਾ ਦਿਆਂਗੇ। ਕੋਈ ਉਹੋ ਜਿਹਾ ਸਟੈਪ ਕਿਉਂ ਨਹੀਂ ਲੈਂਦੇ? ਇਹ ਤਾਂ ਕੱਲਾ ਤੁਸੀਂ ਕਹਿੰਦੇ ਹੋ ਨਾ ਕੱਲੀ ਅਸੀਂ ਸਹਿਯੋਗ ਦੀ ਬੇਨਤੀ ਕੀਤੀ ਹੈ, ਬੇਨਤੀ ਨਹੀਂ ਕੀਤੀ। 1-2 ਦੇ ਇਹਨਾਂ ਨੂੰ ਆਏ, ਇਹਨਾਂ ਨੇ 68 ਸਕੂਲਾਂ ਨੂੰ ਐਫੀਲੀਏਸ਼ਨ ਰੱਦ ਕਰਨ ਦੇ ਨੋਟਿਸ ਦੇ ਦਿੱਤੇ। ਦੇਖੋ ਇਹ ਹਾਲਾਤ ਨੇ। ਜੇ ਸਕੂਲਾਂ ਦੀ ਆਪਾਂ ਸਾਰਿਆਂ ਦੀ ਐਫੀਲੀਏਸ਼ਨ ਹੀ ਰੱਦ ਕਰ ਦਿਆਂਗੇ ਤੇ ਫਿਰ ਅੱਗੇ ਵਿੱਦਿਆ ਦਾ ਢਾਂਚਾ ਕਿਵੇਂ ਚੱਲੇਗਾ? ਇਹ ਸੋਚ ਦੀ ਗੱਲ ਹੈ, ਸਮਝ ਦੀ ਗੱਲ ਹੈ। ਤੇ ਮੈਂ ਸਮਝਦਾ ਹੁਣ ਸਰਕਾਰਾਂ ਦੇ ਉੱਤੇ ਨਜ਼ਰ ਰੱਖਦੇ ਜੀ, ਕੈਪਟਨ ਸਾਹਿਬ ਤੇ ਖਜ਼ਾਨਾ ਮੰਤਰੀ, ਤੁਹਾਨੂੰ ਲੱਗਦਾ ਵੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੁੰਦੀ ਹੈ? ਕਿਉਂਕਿ ਇੱਕ ਪਾਸੇ ਖਜ਼ਾਨਾ ਮੰਤਰੀ ਮੰਨਦੇ ਨੇ ਵੀ ਸਾਡੇ ਕੋਲ 237 ਕਰੋੜ ਰੁਪਇਆ ਕੇਂਦਰ ਤੋਂ ਆਇਆ ਹੈ, ਕੈਪਟਨ ਸਾਹਿਬ ਬਿਆਨ ਦਿੰਦੇ ਨੇ ਮੀਡੀਆ ਦੇ ਅੱਗੇ ਵੀ ਸਾਡੇ ਕੋਲ $1 ਰੁਪਇਆ ਵੀ ਨਹੀਂ ਆਇਆ। ਇਹਨੂੰ ਤੁਸੀਂ ਕਿਸ ਤਰੀਕੇ ਨਾਲ ਮੁਲਾਂਕਣ ਕਰਦੇ ਜੀ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਇਹ ਗੱਲ ਤਾਂ ਹੁਣ ਖਜ਼ਾਨਾ ਮੰਤਰੀ ਸਾਹਿਬ ਦੱਸ ਸਕਦੇ ਆ, ਮੇਰੇ ਕਹਿਣ ਦੀ ਗੱਲ ਨਹੀਂ। ਤੁਸੀਂ ਆਪ ਸਿਆਣੇ ਹੋ, ਤੁਸੀਂ ਹਿਸਾਬ ਲਾ ਸਕਦੇ ਹੋ ਜਾਂ ਅੰਦਾਜ਼ਾ ਲਾ ਸਕਦੇ ਹੋ ਕਿ
ਤਾਲਮੇਲ ਦੀ ਕਮੀ ਤਾਂ ਕਿਤੇ ਹੋਵੇਗੀ ਨਾ, ਕਿਉਂਕਿ ਖਜ਼ਾਨਾ ਮੰਤਰੀ ਸਾਹਿਬ ਨੂੰ ਤਾਂ ਉਹਨਾਂ ਦੀ ਮੇਲ ਤੇ ਵੀ ਦੱਸਤਾ, ਟਵੀਟ ਕਰਕੇ ਵੀ ਦੱਸਤਾ ਵੀ ਆਹ ਪੈਸੇ ਆਏ ਆ ਤੇ ਆਹ ਲੈਟਰ ਹੈ। ਹੁਣ ਉਹ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਤਾਂ ਪਤਾ ਹੁੰਦਿਆਂ ਹੋਇਆ ਜਾਂ ਉਹਨਾਂ ਨੇ ਕਹਿਤਾ ਨਹੀਂ ਮੈਨੂੰ, ਜਾਂ ਉਹਨਾਂ ਨੇ ਇੰਨੀ, ਜੇ ਮੈਂ ਕਹਾਂ ਕਿ ਜਹਿਮਤ ਨਹੀਂ ਉਠਾਈ ਕਿ ਇਸ ਗੱਲ ਦੇ ਵਿੱਚ ਜਾਣ ਦੀ ਵੀ ਕਿੱਥੋਂ ਪੈਸਾ ਆਇਆ ਕਿੱਥੇ ਨਹੀਂ, ਉਹਨਾਂ ਨੇ ਵਰਕ ਨਹੀਂ ਕੀਤਾ। ਇਹੀ ਲੱਗਦਾ ਹੈ। ਇਹੀ ਲੱਗਦਾ ਸਾਨੂੰ। ਬਹੁਤ ਵਧੀਆ ਸਹਿਯੋਗ ਦਿੱਤਾ ਸ਼੍ਰੀ ਤਜਿੰਦਰ ਸਿੰਘ ਮਿੱਡੂ ਖੇੜਾ ਜੀ ਨੇ। ਅੱਜ ਬਸ ਇੰਨਾ ਸੀਗਾ ਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।